ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਉੱਤਰ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ। ਚਿੰਤਾ ਦੇ ਵਿੱਚ ਦੱਖਣੀ ਕੋਰੀਆ ਤੇ ਪੱਛਮੀ ਦੇਸ਼। ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਦੇ ਵਿੱਚ ਪਿਆ ਭਾਰੀ ਮੀਂਹ। ਹੁਣ ਤੱਕ ਘੱਟੋ-ਘੱਟ 7 ਲੋਕਾਂ ਦੀ ਹੋ ਚੁੱਕੀ ਹੈ ਮੌਤ, ਕਈ ਲਾਪਤਾ। ਇਜ਼ਰਾਈਲ ਹਮਾਸ ਜੰਗ ਦੇ 100 ਦਿਨ ਹੋਏ ਪੂਰੇ। ਜੰਗ ਦੇ ਕਾਰਨ ਗਾਜ਼ਾ ਦੀ 85% ਆਬਾਦੀ ਬੇਘਰ, 24,000 ਤੋਂ ਵੱਧ ਲੋਕਾਂ ਦੀ ਹੋ ਚੁੱਕੀ ਹੈ ਮੌਤ। ਮਹਾਰਾਣੀ ਮਾਰਗਰੇਟ ਦੂਜੀ ਨੇ ਛੱਡੀ ਰਾਜਗੱਦੀ। ਫਰੈਡਰਿਕ ਦਸ਼ਮ ਨੂੰ ਐਲਾਨਿਆ ਗਿਆ ਡੈਨਮਾਰਕ ਦਾ ਨਵਾਂ ਰਾਜਾ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਨਾਰਥ ਕੋਰੀਆ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਮਿਜ਼ਾਈਲ ਪ੍ਰੀਖਣ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਲਈ ਕਾਫੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ ਤੇ ਇਹ ਸਿਲਸਿਲਾ ਕਾਫੀ ਸਾਲਾਂ ਤੋਂ ਲਗਾਤਾਰ ਜਾਰੀ ਹੈ। ਸਾਲ 2023 ਦੇ ਡੁੱਬਦੇ ਹੀ ਯਾਨੀ ਕਿ ਨਵਾਂ ਸਾਲ ਚੜ੍ਹਦੇ ਸਾਰ ਹੀ ਨਾਰਥ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦੇ ਵਿੱਚ ਵੀ ਸਫਲਤਾ ਹਾਸਲ ਕਰ ਲਈ ਹੈ। ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਉੱਤਰੀ ਕੋਰੀਆ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਉਸਨੇ ਇੱਕ ਹਾਈਪਰਸੋਨਿਕ ਮੈਨੂਵਰੇਬਲ ਵਾਰਹੈਡ ਨਾਲ ਇੱਕ ਨਵੀਂ ਬੈਲਿਸਟਿਕ ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕਰ ਲਿਆ ਹੈ, ਜੋ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਨੂੰ ਆਪਣੀ ਤਾਕਤ ਵਿਖਾਉਣਾ ਅਤੇ ਆਪਣੇ ਲਈ ਉੱਨਤ ਹਥਿਆਰਾਂ ਦੀ ਖੋਜ ਵਿੱਚ ਇੱਕ ਤਾਜ਼ਾ ਸਫਲਤਾ ਹੈ। ਇਹ ਪ੍ਰੀਖਣ ਇਸ ਸਾਲ ਦਾ ਪਹਿਲਾ ਹਥਿਆਰ ਪ੍ਰੀਖਣ ਹੈ ਅਤੇ ਸ਼ਡਿਊਲ ਫਿਊਲ ਹਾਈਪਰਸੋਨਿਕ ਇੰਟਰਮੀਡੀਏਟ ਰੇਂਜ ਬੈਲਿਸਟਿਕ ਮਿਜ਼ਾਈਲ ਤਕਨੀਕ ਦਾ ਵੀ ਪਹਿਲਾ ਹੀ ਪ੍ਰੀਖਣ ਸੀ, ਜੋ ਕਿ ਸਿਓਲ ਦੀ ਫੌਜ ਨੇ ਐਤਵਾਰ ਦੁਪਹਿਰ ਨੂੰ ਕੀਤਾ। KCNA ਨੇ ਕਿਹਾ ਹੈ ਕਿ ਇਹ ਟੈਸਟ ਵਾਰਹੈਡ ਦੇ ਗਲਾਈਡਿੰਗ ਅਤੇ ਚਾਲ ਚੱਲਣ ਦੀਆਂ ਵਿਸ਼ੇਸ਼ਤਾਵਾਂ ਅਤੇ ਨਵੇਂ ਵਿਕਸਿਤ ਮਲਟੀ ਸਟੇਜ ਹਾਈ ਥਰਸਟ ਸੋਲਿਊਡ ਫਿਊਲ ਇੰਜਣਾਂ ਦੀ ਭਰੋਸੇਯੋਗਤਾ ਦੀ ਪੁਸ਼ਟੀ ਕਰਨ ਲਈ ਜ਼ਰੂਰੀ ਸੀ। KCNA ਨੇ ਕਿਹਾ ਹੈ ਕਿ ਐਤਵਾਰ ਦੇ ਇਸ ਲਾਂਚ ਨੇ ਕਿਸੇ ਗੁਆਂਢੀ ਦੇਸ਼ ਦੀ ਸੁਰੱਖਿਆ ਨੂੰ ਪ੍ਰਭਾਵਿਤ ਨਹੀਂ ਕੀਤਾ ਅਤੇ ਖੇਤਰੀ ਸਥਿਤੀ ਦੇ ਨਾਲ ਵੀ ਇਸ ਦਾ ਕੋਈ ਲੈਣਾ ਦੇਣਾ ਨਹੀਂ ਸੀ। ਦੱਸ ਦਈਏ ਕਿ ਇਹ ਜ਼ਿਕਰ ਵੀ ਕੁਝ ਦਿਨ ਬਾਅਦ ਆਇਆ ਜਦੋਂ ਪਿਓਂਗਯਾਂਗ ਨੇ ਦੱਖਣੀ ਕੋਰੀਆ ਦੇ ਨਾਲ ਦੇਸ਼ ਦੀ ਤਣਾਅ ਵਾਲੀ ਸਮੁੰਦਰੀ ਸਰਹੱਦ ਦੇ ਨੇੜੇ ਲਾਈਵ ਫਾਇਰ ਅਭਿਆਸਾਂ ਦਾ ਆਯੋਜਨ ਕੀਤਾ, ਜਿਸ ਮੌਕੇ ਦੱਖਣੀ ਕੋਰੀਆਈ ਸਰਹੱਦੀ ਟਾਪੂਆਂ ਲਈ ਜਵਾਬੀ ਅਭਿਆਸ ਅਤੇ ਨਿਕਾਸੀ ਦੇ ਆਦੇਸ਼ ਦਿੱਤੇ ਗਏ। ਦੱਸ ਦਈਏ ਕਿ ਕਿਮ ਨੇ ਸਿਓਲ ਨੂੰ ਆਪਣਾ ਮੁੱਖ ਦੁਸ਼ਮਣ ਕਰਾ ਦਿੱਤਾ ਅਤੇ ਚੇਤਾਵਨੀ ਦਿੱਤੀ ਹੈ ਕਿ ਉਹ ਦੱਖਣੀ ਕੋਰੀਆ ਨੂੰ ਤਬਾਹ ਕਰਨ ਤੋਂ ਸੰਕੋਚ ਨਹੀਂ ਕਰੇਗਾ, ਕਿਉਂਕਿ ਉਸਨੇ ਪ੍ਰਮੁੱਖ ਹਥਿਆਰ ਫੈਕਟਰੀਆਂ ਦਾ ਦੌਰਾ ਕੀਤਾ ਸੀ। ਹੁਣ ਗੱਲ ਕਰਦੇ ਹਾਂ ਮਿਜ਼ਾਈਲ ਤਕਨੀਕ ਦੀ। ਠੋਸ ਇੰਧਨ ਵਾਲੀਆਂ ਮਿਜ਼ਾਈਲਾਂ ਨੂੰ ਛੁਪਾਉਣਾ ਆਸਾਨ ਹੁੰਦਾ ਹੈ ਅਤੇ ਇਹ ਆਪਣਾ ਨਿਸ਼ਾਨਾ ਤਬਾਹ ਵੀ ਆਸਾਨੀ ਨਾਲ ਕਰ ਲੈਂਦੀਆਂ ਨੇ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਨਵੀਂ ਤਕਨੀਕ ਨਾਲ ਭਰਪੂਰ ਨੇ, ਜੋ ਕਿ ਹੋਰ ਵੀ ਬਿਹਤਰ ਨਿਸ਼ਾਨੇ ਉੱਤੇ ਮਾਰ ਕਰਦੀਆਂ ਨੇ ਅਤੇ ਇਸ ਨੂੰ ਰੋਕਣਾ ਵੀ ਆਸਾਨ ਨਹੀਂ ਹੈ। ਇਹ ਦੋਵੇਂ ਤਕਨੀਕਾਂ ਵਾਲੀਆਂ ਮਿਜ਼ਾਈਲਾਂ ਲੰਮੇ ਸਮੇਂ ਤੋਂ ਕਿਮ ਦੀ ਲਾਂਡਰੀ ਸੂਚੀ ਦੇ ਵਿੱਚ ਸਨ। ਕੋਰੀਆ ਰਿਸਰਚ ਇੰਸਟੀਚਿਊਟ ਫਾਰ ਨੈਸ਼ਨਲ ਸਟ੍ਰੈਟਜੀ ਦੇ ਮਿਜ਼ਾਈਲ ਮਾਹਰ ਚਾਂਗ ਯੰਗ ਕੇਯੂਨ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਇੱਕੋ ਸਮੇਂ ਠੋਸ ਇੰਧਨ ਰਾਕੇਟ ਬੂਸਟਰਾਂ ਦੀ ਵਰਤੋਂ ਕਰਦੇ ਹੋਏ ਹਾਈਪਰਸੋਨਿਕ ਮਿਜ਼ਾਈਲਾਂ ਅਤੇ IRBM ਦੇ ਵਿਕਾਸ ਦੇ ਵਿੱਚ ਮਾਹਿਰ ਹਾਸਲ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਮੱਧ ਤੋਂ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਮਿਜ਼ਾਈਲਾਂ ਅਮਰੀਕੀ ਮਿਜ਼ਾਈਲ ਰੱਖਿਆ ਪ੍ਰਣਾਲੀ ਤੋਂ ਬਚਦੇ ਹੋਏ ਗੁਆਮ ਉੱਤੇ ਹਮਲਾ ਕਰਨ ਲਈ ਵਿਸ਼ੇਸ਼ ਤੌਰ ਉੱਤੇ ਉਪਯੋਗੀ ਹੋਣਗੀਆਂ। ਬਿਊਰੋ ਰਿਪੋਰਟ। ਰੀਓ ਡੀ ਜਨੇਰੀਓ ਦੇ ਵਿੱਚ ਐਤਵਾਰ ਨੂੰ ਰਾਤ ਭਰ ਪਏ ਭਾਰੀ ਮੀਂਹ ਨੇ ਆਮ ਰਾਹਾਂ ਨੂੰ ਨਦੀਆਂ ਵਿੱਚ ਬਦਲ ਦਿੱਤਾ ਹੈ। ਹੜ੍ਹ ਜਿਹੀ ਸਥਿਤੀ ਬਣੀ ਹੋਈ ਹੈ ਤੇ ਕਈ ਲੋਕ ਮਾਰੇ ਜਾ ਚੁੱਕੇ ਨੇ। 24 ਘੰਟਿਆਂ ਦੇ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਹੈ, ਜੋ ਕਿ ਜਨਵਰੀ ਦੇ ਪੂਰੇ ਮਹੀਨੇ ਵਿੱਚ ਪੈਣ ਵਾਲੇ ਮੀਂਹ ਦੇ ਬਰਾਬਰ ਹੈ। ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਰੀਓ ਡੀ ਜਨੇਰੀਓ ਦੇ ਵਿੱਚ ਐਤਵਾਰ ਨੂੰ ਤੜਕੇ ਪਏ ਭਾਰੀ ਮੀਂਹ ਨੇ ਸਥਾਨਕ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਦੇ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਸਥਾਨਕ ਫਾਇਰ ਵਿਭਾਗ ਨੇ AFP ਦੇ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਤੂਫਾਨ ਤੋਂ ਬਾਅਦ ਆਏ ਪਾਣੀ ਨੇ ਬ੍ਰਾਜ਼ੀਲ ਦੇ ਸਭ ਤੋਂ ਮਸ਼ਹੂਰ ਸ਼ਹਿਰ ਅਵੇਨੀਡਾ ਡੀ ਬ੍ਰਾਜ਼ੀਲ ਦੇ ਕੁਝ ਹਿੱਸਿਆਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਦੇ ਵਿੱਚ ਕਾਰਾਂ ਤਬਾਹ ਹੋ ਚੁੱਕੀਆਂ ਨੇ। ਫਾਇਰ ਵਿਭਾਗ ਨੇ ਦੱਸਿਆ ਹੈ ਕਿ ਜ਼ਮੀਨ ਖਿਸਕਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਕਾਫੀ ਲੋਕ ਲਾਪਤਾ ਨੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪਟੜੀਆਂ ਉੱਤੇ ਪਾਣੀ ਭਰ ਜਾਣ ਕਾਰਨ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਨੇ। ਇੱਕ ਦਰਜਨ ਬੱਸ ਲਾਈਨਾਂ ਵੀ ਬੰਦ ਹੋ ਚੁੱਕੀਆਂ ਨੇ। ਸ਼ਹਿਰ ਦੇ ਕੁਝ ਹਿੱਸਿਆਂ ਅੰਦਰ 24 ਘੰਟਿਆਂ ਵਿੱਚ ਇੰਨਾ ਭਾਰੀ ਮੀਂਹ ਪੈ ਚੁੱਕਿਆ ਹੈ ਜੋ ਕਿ ਆਮ ਤੌਰ ਉੱਤੇ ਪੂਰੇ ਮਹੀਨੇ ਵਿੱਚ ਪੈਣ ਵਾਲੇ ਮੀਂਹ ਦੇ ਬਰਾਬਰ ਹੈ। ਸ਼ਹਿਰ ਦੇ ਕੁਝ ਖੇਤਰਾਂ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 200 ਮਿਲੀਮੀਟਰ ਤੋਂ ਵੱਧ ਮੀਂਹ ਰਿਕਾਰਡ ਕੀਤਾ ਗਿਆ ਹੈ ਜੋ ਕਿ ਕਾਫੀ ਚਿੰਤਾਜਨਕ ਹੈ। ਰੀਓ ਦੇ ਮੇਅਰ ਐਡੁਆਰਡੋ ਪੇਸ ਨੇ ਇਸ ਐਤਵਾਰ ਨੂੰ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਸੀ ਤੇ ਨਾਲ ਹੀ ਮੇਅਰ ਨੇ ਲੋਕਾਂ ਨੂੰ ਸੁਰੱਖਿਆ ਵਜੋਂ ਆਪਣੇ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਤਾਂ ਜੋ ਬਚਾਅ ਅਤੇ ਰਿਕਵਰੀ ਦੇ ਯਤਨਾਂ ਵਿੱਚ ਰੁਕਾਵਟ ਨਾ ਪਵੇ। ਕੁਦਰਤੀ ਆਫਤਾਂ ਦੀ ਨਿਗਰਾਨੀ ਕਰਨ ਵਾਲੀ ਇੱਕ ਰਾਸ਼ਟਰੀ ਏਜੰਸੀ ਨੇ ਕਿਹਾ ਹੈ ਕਿ ਰੀਓ ਡੀ ਜਨੇਰੀਓ ਰਾਜ ਦੇ ਆਸ-ਪਾਸ ਦੇ 8 ਕਸਬਿਆਂ ਵਿੱਚ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਸੁਰੱਖਿਆ ਵਿਭਾਗ ਵੱਲੋਂ ਪ੍ਰਭਾਵਿਤ ਉੱਤਰੀ ਖੇਤਰ ਅਤੇ ਮਹਾਨਗਰ ਖੇਤਰ ਦੇ ਆਲੇ-ਦੁਆਲੇ ਦੀਆਂ ਨਗਰਪਾਲਿਕਾਵਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜਿੱਥੇ ਜ਼ਮੀਨ ਖਿਸਕਣ, ਡੁੱਬਣ ਅਤੇ ਬਿਜਲੀ ਦੇ ਕਰੰਟ ਲੱਗਣ ਕਾਰਨ ਮੌਤਾਂ ਹੋਈਆਂ ਹਨ। ਬਿਊਰੋ ਰਿਪੋਰਟ। ਪਾਕਿਸਤਾਨ ਦੇ ਵਿੱਚ 8 ਫਰਵਰੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਕਾਇਮ ਰੱਖਦਿਆਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੀਆਂ ਜਥੇਬੰਦਕ ਚੋਣਾਂ ਨੂੰ ਰੱਦ ਕਰ ਦਿੱਤਾ ਹੈ। ਇਸ ਫੈਸਲੇ ਕਾਰਨ ਹੁਣ ਪੀਟੀਆਈ ਬੈਟ ਨਿਸ਼ਾਨ ਉਤੇ ਚੋਣ ਨਹੀਂ ਲੜ ਸਕੇਗੀ। ਇਸ ਤੋਂ ਪਹਿਲਾਂ ਪੇਸ਼ਾਵਰ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦਾ ਚੋਣ ਨਿਸ਼ਾਨ ਬੈਟ ਬਹਾਲ ਕਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਹੁਕਮ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਪੀਟੀਆਈ ਦੇ ਵੱਲੋਂ ਮਹਿਜ਼ ਸਰਟੀਫਿਕੇਟ ਦਿਖਾਉਣਾ ਕਿ ਪਾਰਟੀ ਦੀਆਂ ਅੰਦਰੂਨੀ ਚੋਣਾਂ ਹੋ ਗਈਆਂ ਹਨ ਇਹ ਪੁਸ਼ਟੀ ਨਹੀਂ ਕਰਦਾ ਕਿ ਜਥੇਬੰਦਕ ਚੋਣਾਂ ਅਸਲ ਦੇ ਵਿੱਚ ਹੋਈਆਂ ਵੀ ਹਨ ਕਿਉਂਕਿ ਪਾਰਟੀ ਦੇ ਕੁਝ ਮੈਂਬਰਾਂ ਨੇ ਇਸ ਦਾਅਵੇ ਨੂੰ ਚੁਣੌਤੀ ਦਿੱਤੀ ਹੈ। ਦੱਸਣਯੋਗ ਹੈ ਕਿ 22 ਦਸੰਬਰ ਨੂੰ ਚੋਣ ਕਮਿਸ਼ਨ ਨੇ ਪੀਟੀਆਈ ਦੀਆਂ 2 ਦਸੰਬਰ ਨੂੰ ਹੋਈਆਂ ਜਥੇਬੰਦਕ ਚੋਣਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਫੈਸਲਾ ਪਾਰਟੀ ਦੇ ਹੀ ਕੁਝ ਬਾਗੀ ਮੈਂਬਰਾਂ ਵੱਲੋਂ ਦਿੱਤੀਆਂ ਸ਼ਿਕਾਇਤਾਂ ਉੱਤੇ ਸੁਣਾਇਆ ਗਿਆ ਸੀ। कोई नहीं हुआ और इसी तरह पिछली तारीख पर जस्टिस मुसर्रत हिलाली साहब ने कहा कि हमने तो खुद ये कागजात नामजदगी फटते हुए देखे हैं, औरतों को धक्के लगते देखे हैं। तो बाहर कैफ चीफ साहब की अजमतों को सलाम वो फरमाते हैं कि मैं टीवी देखता ही नहीं हूँ। तो फिर हमने जब अर्ज़ किया कि जनाब ये एफिडेविट भी हैं और ये सीडीज़ भी हैं, ज़रा उनको भी देख लीजिए, तो उन्होंने कहा कि नहीं अभी ये तो नहीं है। फिर हमारे साथ क्या होता है, हमें बल्ले का निशान का फिर तमाशा होता है। बल्ले का निशान जो है पेशावर हाई कोर्ट, ये हमें जो इलेक्शन कमीशन है वो इतनी बददियानत है, इतनी बदनीयत और बददियानत है कि न सिर्फ हमसे जो है वो जेल में जाकर इमरान खान को तौहीन अदालत की नोटिस जेल में जाते हैं, सारे जेल में जाके, आज तक तारीख में ऐसा नहीं हुआ कि कमीशन सारा जेल में चल कर जाए और वो कंटेम्प्ट नोटिस दे। फिर न सिर्फ वो कमीशन के कंप्लेंट पर इमरान खान को सज़ा होती है, फिर न सिर्फ ये उस पर जो है वो तुर्रा इम्तियाज़ ये है कि हमारे निशान को जो है छीन जाता है और एन उस मौके पर जब इलेक्शन की आमद है और उसके बाद हम जब पेशावर से स्टे लेते हैं, सस्पेंड होता है, हमें मिलता है तो उसके खिलाफ इलेक्शन कमीशन जो है नज़रसानी में जाती है और नज़रसानी करा के फिर उस ऑर्डर को बहाल करवा लेती है। और फिर जब वो फाइनल लगता है डिवीज़न बेंच में तो डिवीज़न बेंच कहती है कि इलेक्शन कमीशन को सरे से ये अख्तियार है ही नहीं कि वो मॉनिटरिंग करे किसी पार्टी के इंटरनल इलेक्शंस की। और यही रूह थी जो बेनज़ीर भुट्टो के केस में 1988 सुप्रीम कोर्ट पहले तय कर चुका है। सो इसलिए हमने सर्टिफिकेट देना था, हमने इलेक्शन कमीशन के ऑर्डर के ताबे कराया। 20 दिन का इन्होंने वक्फा दिया कि आप इलेक्शंस करवाएं। सो 20 दिन के अंदर आप अंदाज़ा करें हमने जो कार्रवाई थी बिल्कुल अपने आइन के मुताबिक की और यहाँ झूठ बोला गया उन 13 लोगों ने। अब 13 लोग हमारे 2 करोड़ 2.5 करोड़ जो मेंबर्स हैं और उनकी नुमाइंदगी कर रहे हैं, वो मेंबर ही नहीं है पीटीआई के, सरे से मेंबर ही नहीं है, वो झूठ बोला उन्होंने। और ये बदकिस्मती से फैसले में भी
یہ سرایت کر گئی اور یہ درست نہیں ہے جو فیصلے میں لکھا گیا کہ سینئر ممبر جو ہے پی ٹی آئی کے وہ نالاں تھے کہ ہمیں لڑنے نہیں دیا گیا الیکشن. بابر ایس اکبر کیا عمران خان کے مقابلے میں؟ یہ عمران خان کے ایک جو ہے ادنا کارکن کے مقابلے میں بھی ٹھہر نہیں سکتا ہے. چاہے جائے کہ بابر ایس اکبر کہے کہ میں نے جو ہے پارٹی چیئرمین کے لیے کاغذات نامزدگی داخل کرنے تھے. ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਲੋਕਾਂ ਨੂੰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਤੀਰ ਉੱਤੇ ਮੋਹਰ ਲਾਉਣ ਦੀ ਅਪੀਲ ਕੀਤੀ ਤਾਂ ਜੋ ਦੇਸ਼ ਨਵੀਂ ਸੋਚ ਨਾਲ ਅੱਗੇ ਵਧ ਸਕੇ, ਅਜਿਹਾ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ. ਪਾਰਟੀ ਦੇ ਅਧਿਕਾਰਤ ਤੌਰ ਉੱਤੇ ਜ਼ਰਦਾਰੀ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ. ਰਿਪੋਰਟ ਦੇ ਅਨੁਸਾਰ ਪੀਪੀਪੀ ਦੀ ਕੇਂਦਰੀ ਕਾਰਜਕਾਰਨੀ ਕਮੇਟੀ ਨੇ ਬੁੱਧਵਾਰ ਨੂੰ ਆਮ ਚੋਣਾਂ ਲਈ ਪਾਰਟੀ ਦੀ ਮੁਹਿੰਮ ਉੱਤੇ ਵਿਸਤ੍ਰਿਤ ਚਰਚਾ ਕੀਤੀ. ਮੀਟਿੰਗ ਦੇ ਵਿੱਚ ਪਾਰਟੀ ਦੇ ਚੋਣ ਮਨੋਰਥ ਪੱਤਰ ਉੱਤੇ ਚਰਚਾ ਕੀਤੀ ਗਈ, ਜਿਸ ਦੇ ਵਿੱਚ ਨੌਜਵਾਨਾਂ, ਔਰਤਾਂ ਦਾ ਸਸ਼ਕਤੀਕਰਨ, ਰੁਜ਼ਗਾਰ, ਸਿਹਤ ਅਤੇ ਸਿੱਖਿਆ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਗਿਆ ਹੈ. पाकिस्तान के अवाम किसी का गुलाम नहीं है. बलोचिस्तान के अवाम, नसीराबाद के अवाम गैरतमंद लोग हैं, बहादुर लोग हैं. किसी के सामने नहीं झुकते, पीछे नहीं हटते, डरते नहीं है. हम इंशाअल्लाह ताला 8 फरवरी को अपना हक छीनेंगे, अपना हुकूमत बनाएंगे, अवामी हुकूमत बनाएंगे. बलोचिस्तान के अवाम उस शख्स को पहचानते हैं, जान चुके हैं. एक दफा जब आपने सबसे पहली बार उसको मुल्क के मुसल्लत किया था तो तब भी उसने बलोचिस्तान के अवाम पे हक पे डाका मारा. दूसरी दफा आपने उसको मुसल्लत किया था. कौन सा मुंतखब करवाया? मुसल्लत किया था. तब भी उसने बलोचिस्तान के अवाम के हक पे डाका मारा. तीसरी दफा आपने मुसल्लत किया तो फिर आप ज़ेरी साहब से पूछे कि क्या आपका इज्जत किया या नहीं किया, क्या आपसे वफा किया या नहीं किया. हम किस खुशी में इस नाकाम शख्स को, 3 बार नाकाम शख्स को हम क्यों चौथी दफा मान ले? हम नहीं मानते, हम नहीं मानते, हम नहीं मानते. ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ. ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਉੱਤੇ ਹਮਲੇ ਕੀਤੇ ਜਾ ਰਹੇ ਨੇ. ਇਸ ਦੌਰਾਨ ਇਜ਼ਰਾਈਲੀ ਹਮਲੇ ਵਿੱਚ 3 ਫਲਸਤੀਨੀ ਮਾਰੇ ਗਏ. ਹਾਲਾਂਕਿ ਇਜ਼ਰਾਈਲ ਨੇ ਹੁਣ ਤੱਕ ਸਿਰਫ 2 ਮੌਤਾਂ ਦੀ ਪੁਸ਼ਟੀ ਕੀਤੀ ਹੈ. ਇਸ ਦੇ ਨਾਲ ਹੀ ਫਲਸਤੀਨੀ ਅਧਿਕਾਰੀਆਂ ਨੇ IDF ਉੱਤੇ 3 ਲੋਕਾਂ ਦੀ ਹੱਤਿਆ ਦਾ ਦੋਸ਼ ਲਾਇਆ. ਉਹਨਾਂ ਨੇ 3 ਮੌਤਾਂ ਦੀ ਪੁਸ਼ਟੀ ਕੀਤੀ. ਇਹ ਘਟਨਾ ਪੱਛਮੀ ਬੈਂਕ ਦੇ ਰਮੱਲਾ ਸ਼ਹਿਰ ਦੀ ਦੱਸੀ ਜਾ ਰਹੀ ਹੈ. ਮੀਡੀਆ ਰਿਪੋਰਟਾਂ ਦੇ ਮੁਤਾਬਕ ਇਜ਼ਰਾਈਲੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਫੌਜ ਨੇ ਹੇਬਰੋਨ ਸ਼ਹਿਰ ਦੇ ਨੇੜੇ ਇੱਕ ਕਾਰ ਦਾ ਪਿੱਛਾ ਕੀਤਾ ਜੋ ਇੱਕ ਸੁਰੱਖਿਆ ਚੌਂਕੀ ਨੂੰ ਤੋੜ ਰਹੀ ਸੀ. ਇਸ ਦੌਰਾਨ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ 2 ਲੋਕਾਂ ਨੂੰ ਮਾਰ ਦਿੱਤਾ. ਰਮੱਲਾ ਦੇ ਸਿਹਤ ਵਿਭਾਗ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ. ਫਲਸਤੀਨੀ ਰੈੱਡ ਕ੍ਰਿਸੈਂਟ ਸੁਸਾਇਟੀ ਨੇ ਕਿਹਾ ਹੈ ਕਿ ਦੋਵੇਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ. ਫਲਸਤੀਨੀ ਅਧਿਕਾਰੀਆਂ ਮੁਤਾਬਕ ਇਜ਼ਰਾਈਲੀ ਫੌਜੀਆਂ ਨੇ ਜੇਰੀਕੋ ਸ਼ਹਿਰ ਦੇ ਨੇੜੇ ਇੱਕ ਸ਼ਰਨਾਰਥੀ ਕੈਂਪ ਉੱਤੇ ਛਾਪਾ ਮਾਰਿਆ, ਜਿਸ ਦੌਰਾਨ ਉਹਨਾਂ ਨੇ ਇੱਕ 16 ਸਾਲਾ ਨੌਜਵਾਨ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਨਾਲ ਉਸ ਦੀ ਮੌਤ ਹੋਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ IDF ਇੱਕ ਲੋੜੀਂਦੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀ ਸੀ। ਹਾਲਾਂਕਿ ਇਜ਼ਰਾਈਲ ਦੇ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਹਮਾਸ ਨੇ ਕਿਹਾ ਹੈ ਕਿ ਇਜ਼ਰਾਈਲੀ ਪੁਲਿਸ ਨੇ ਅਪ੍ਰੈਲ 2023 ਦੇ ਵਿੱਚ
ਅਲ ਅਕਸਾ ਮਸਜਿਦ ਉੱਤੇ ਗ੍ਰਨੇਡ ਸੁੱਟ ਕੇ ਇਸ ਦੀ ਬੇਅਦਬੀ ਕੀਤੀ ਸੀ। ਇਜ਼ਰਾਈਲੀ ਫੌਜ ਲਗਾਤਾਰ ਹਮਾਸ ਦੇ ਟਿਕਾਣਿਆਂ ਉੱਤੇ ਹਮਲੇ ਅਤੇ ਘੇਰਾਬੰਦੀ ਕਰ ਰਹੀ ਹੈ। ਇਜ਼ਰਾਈਲੀ ਫੌਜ ਸਾਡੀਆਂ ਔਰਤਾਂ ਉੱਤੇ ਹਮਲੇ ਕਰ ਰਹੀ ਹੈ। ਹਮਾਸ ਦੇ ਬੁਲਾਰੇ ਗਾਜ਼ੀ ਹਮਦ ਨੇ ਅਰਬ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਦੇ ਨਾਲ ਆਪਣੇ ਰਿਸ਼ਤੇ ਤੋੜ ਲੈਣ। ਹਮਾਸ ਨੇ ਕਿਹਾ ਹੈ ਕਿ ਇਜ਼ਰਾਈਲ ਕਦੇ ਵੀ ਚੰਗਾ ਗੁਆਂਢੀ ਅਤੇ ਸ਼ਾਂਤੀਪੂਰਨ ਦੇਸ਼ ਨਹੀਂ ਹੋ ਸਕਦਾ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਲੈਬਨਾਨ ਤੋਂ ਇਜ਼ਰਾਈਲ ਦੇ ਵਿੱਚ ਘੁਸਪੈਠ ਕਰ ਰਹੇ ਲੜਾਕਿਆਂ ਦੇ ਨਾਲ ਗੋਲੀਬਾਰੀ ਹੋਈ। ਇਸ ਦੇ ਵਿੱਚ 4 ਲੋਕ ਮਾਰੇ ਗਏ। ਐਤਵਾਰ ਨੂੰ ਇਸ ਜੰਗ ਦੇ 100 ਦਿਨ ਪੂਰੇ ਹੋਣ ਦੇ ਮੌਕੇ ਉੱਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਹਮਾਸ ਨੂੰ ਖਤਮ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਗਾਜ਼ਾ ਦੇ ਸਿਹਤ ਵਿਭਾਗ ਦੇ ਮੁਤਾਬਕ 24 ਘੰਟਿਆਂ ਦੌਰਾਨ ਇਜ਼ਰਾਈਲੀ ਹਮਲੇ ਵਿੱਚ 125 ਫਲਸਤੀਨੀ ਮਾਰੇ ਗਏ ਅਤੇ 265 ਜ਼ਖਮੀ ਹੋਏ। ਇਸ ਦੇ ਨਾਲ ਹੀ ਹੁਣ ਤੱਕ ਤਕਰੀਬਨ 24,000 ਫਲਸਤੀਨੀ ਮਾਰੇ ਜਾ ਚੁੱਕੇ ਨੇ। ਡੈਨਮਾਰਕ ਦੇ ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਯੁਵਰਾਜ ਪ੍ਰਿੰਸ ਫਰੈਡਰਿਕ ਦਸ਼ਮ ਦੇ ਰੂਪ ਦੇ ਵਿੱਚ ਦੇਸ਼ ਦਾ ਨਵਾਂ ਰਾਜਾ ਐਲਾਨਿਆ। ਇਹ ਐਲਾਨ ਮਹਾਰਾਣੀ ਮਾਰਗਰੇਟ ਦੂਜੀ ਵੱਲੋਂ ਰਸਮੀ ਤੌਰ ਉੱਤੇ ਰਾਜਗੱਦੀ ਛੱਡਣ ਤੋਂ ਬਾਅਦ ਕੀਤਾ ਗਿਆ। ਰਾਣੀ ਮਾਰਗਰੇਟ ਦੂਜੀ ਦੇਸ਼ ਦੇ 900 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਹਾਕਮ ਹੈ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਰਾਜਗੱਦੀ ਛੱਡੀ। ਇਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਵਿਵੇਕ ਰਾਮਾਸਵਾਮੀ ਉੱਤੇ ਹਮਲਾ ਬੋਲਿਆ। ਉਹਨਾਂ ਨੇ ਦੋਸ਼ ਲਾਇਆ ਕਿ ਰਾਮਾਸਵਾਮੀ ਧੋਖੇ ਰਾਹੀਂ ਆਪਣੀ ਮੁਹਿੰਮ ਚਲਾ ਰਹੇ ਨੇ। ਰਿਪਬਲਿਕਨ ਨਾਮਜ਼ਦਗੀ ਦੀ ਦੌੜ ਦੇ ਵਿੱਚ ਰਾਮਾਸਵਾਮੀ ਟਰੰਪ ਦੇ ਸਭ ਤੋਂ ਨੇੜਲੇ ਵਿਰੋਧੀ ਮੰਨੇ ਜਾ ਰਹੇ ਨੇ। ਟਰੰਪ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਵੇਕ ਰਾਮਾਸਵਾਮੀ ਨੇ ਕਿਹਾ ਹੈ ਕਿ ਟਰੰਪ ਆਪਣੇ ਸਖਤ ਕਾਨੂੰਨੀ ਅੜਿੱਕਿਆਂ ਅਤੇ ਸਿਆਸੀ ਵਿਰੋਧ ਕਾਰਨ ਆਮ ਚੋਣਾਂ ਨਹੀਂ ਜਿੱਤ ਸਕਣਗੇ। ਉਹਨਾਂ ਅੱਗੇ ਕਿਹਾ ਹੈ ਕਿ ਮੈਂ ਆਪਣੀ ਮੁਹਿੰਮ ਪ੍ਰਤੀ ਕਿਸੇ ਹੋਰ ਦੇ ਰਵੱਈਏ ਬਾਰੇ ਨਹੀਂ ਬੋਲਣਾ ਚਾਹਾਂਗਾ। ਮੈਂ ਸਿਰਫ ਇਹੀ ਕਹਾਂਗਾ ਕਿ ਅਸੀਂ ਇਸ ਦੌੜ ਦੇ ਵਿੱਚ ਪਿੱਛੇ ਨਹੀਂ ਹਾਂ। I talked about this in the last week or so. It's made some people upset that I've said so. Made Donald Trump upset. But it's the truth, and sometimes the truth hurts. And so I'm going to share it with you. I think we're walking into a trap right now. We're being led into a trap. If you think they're going to let this man get anywhere near the White House again, I want you to open your eyes. These people will stop at nothing. And at this point, it is increasingly clear they will stop at nothing to keep Donald J. Trump out of power. I've done everything I can to push back against this. It is disgusting. I filed a Supreme Court amicus brief earlier this week laying out the best legal arguments for why the U.S. Supreme Court needed to overturn Colorado Supreme Court's disastrous decision to keep him off the ballot. I did that under my sense of duty to this country because, to be really honest with you, I'm not sure his legal team is going to make those arguments. And they need to be heard by the Supreme Court to get this right. I've done everything in my power to do this right. But at a certain point, we have to open our eyes. They are selling us the rope today that they will use to hang us tomorrow. They want to narrow this down to a 2-horse race between Donald Trump and a puppet who they can control. To be really frank with you, that puppet has a name. Her name is Nikki Haley. That's what it is. That's what's going on, hiding in plain sight. Eliminate Trump and then trot Nikki into the White House. That's what's going on right now, and it's hiding in plain sight. The very people who are paying to keep Donald Trump off the ballot, look at who they're writing their checks to. It's none other than Nikki Haley in our own party. That's the game. So are we going to look back a year from now and say we're shocked that that happened? Is that what we'll say? Or will we look back and say that how didn't we see that coming and why did we walk into that trap? Last time it was a man-made pandemic and a rigged election. This time they're going to stop at nothing. And so we love the man because he got this fight started, but now it is our job to finish it. Because America First didn't start in 2016. It started in 1776. And we owe it to our founding fathers and to this country to make sure we have another 250 years and then some still left. And so I'm asking you to do the right thing tomorrow night. ਕੰਜ਼ਰਵੇਟਿਵ ਸਿਆਸਤਦਾਨ ਪੀਅਰੇ ਪੋਲੀਵਰ ਨੇ ਕਿਹਾ ਹੈ ਕਿ ਜੇਕਰ ਉਹ ਚੁਣੇ ਜਾਂਦੇ ਨੇ ਤਾਂ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਪੱਧਰ ਨੂੰ ਬਣਾਏ ਜਾ ਰਹੇ ਘਰਾਂ ਦੀ ਗਿਣਤੀ ਨਾਲ ਜੋੜ ਦੇਣਗੇ। ਪੀਅਰੇ ਪੋਲੀਵਰ ਨੇ ਟਰੂਡੋ ਦੇ ਹਾਊਸਿੰਗ ਮੰਤਰੀ ਸ਼ਾਨ
ਫਰੇਜ਼ਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਜਦੋਂ ਫਰੇਜ਼ਰ ਇਮੀਗ੍ਰੇਸ਼ਨ ਮੰਤਰੀ ਹੁੰਦੇ ਸਨ, ਉਹਨਾਂ ਨੇ ਇਹ ਯਕੀਨੀ ਬਣਾਏ ਬਿਨਾਂ ਕਿ ਨਵੇਂ ਆਉਣ ਵਾਲਿਆਂ ਦੀ ਵੱਧਦੀ ਗਿਣਤੀ ਨੂੰ ਵਸਾਇਆ ਜਾ ਸਕਦਾ ਹੈ ਜਾਂ ਨਹੀਂ, ਇਮੀਗ੍ਰੇਸ਼ਨ ਟੀਚੇ ਵਿੱਚ ਸੁਧਾਰ ਨਹੀਂ ਕੀਤਾ। ਸਾਨੂੰ ਬਣਾਏ ਗਏ ਘਰਾਂ ਦੀ ਗਿਣਤੀ ਅਤੇ ਨਵੇਂ ਕੈਨੇਡੀਅਨਾਂ ਵਜੋਂ ਜੋ ਇੱਥੇ ਬੁਲਾਏ ਜਾ ਰਹੇ ਨੇ, ਉਹਨਾਂ ਦੀ ਗਿਣਤੀ ਦੇ ਵਿਚਕਾਰ ਇੱਕ ਸੰਬੰਧ ਬਣਾਉਣ ਦੀ ਲੋੜ ਹੈ। ਪੋਲੀਵਰ ਦਾ ਕਹਿਣਾ ਹੈ ਕਿ ਉਸਦੀ ਕੰਜ਼ਰਵੇਟਿਵ ਪਾਰਟੀ ਇਮੀਗ੍ਰੇਸ਼ਨ ਦੀ ਇੱਕ ਪਹੁੰਚ ਉੱਤੇ ਵਾਪਸ ਆਵੇਗੀ ਕਿ ਅਸੀਂ ਉਸ ਗਿਣਤੀ ਵਿੱਚ ਹੀ ਨਵੇਂ ਇਮੀਗ੍ਰੈਂਟਸ ਨੂੰ ਸੱਦਾ ਦੇਈਏ ਜਿਨ੍ਹਾਂ ਨੂੰ ਅਸੀਂ ਆਪਣੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਘਰ, ਰੁਜ਼ਗਾਰ ਅਤੇ ਦੇਖਭਾਲ ਦੇ ਤੌਰ ਉੱਤੇ ਸਾਂਭ ਸਕਦੇ ਹਾਂ। And we need it. We need all of that. We need all the common sense we can get because after 8 years, Justin Trudeau is not worth the cost. Justin Trudeau is not worth the cost of 40-year highs in inflation. He doubled the national debt, printed $600 billion of cash, flooded our economy with easy money, which ballooned the price of everything. He's now hitting people with a carbon tax that drives up the cost of gas, heat, and groceries. Now, we all know that Liberal MPs from Winnipeg betrayed their constituents and voted against a Conservative motion to give the same exemption on carbon taxes for home heat to Winnipeg residents that the Prime Minister gave to other Canadians. But those Winnipeg Liberals voted against Winnipeg. They voted to raise your taxes. And as the temperature goes down and your home heating bill goes up, remember that your local Winnipeg Liberal MP voted to tax your home heat. When you walk outside and you shiver in this prairie cold, remember that Justin Trudeau and the NDP want to quadruple the carbon tax. They want to raise it up to 61 cents a litre, as well as raising taxes on your heat. Finally, this is a tax on food. These are trucks that require diesel. The carbon tax goes on that diesel, so everything transported in these trucks becomes more expensive because of the Trudeau tax on carbon and on diesel. And so when you see your grocery prices reach record highs, it's because Trudeau is taxing the farmer who made the food, the trucker who ships the food, and therefore all who buy the food. While people are desperate and struggling, we see them forced into homelessness. Homeless encampments, like we've never seen in our history, are common now in our streets. Crime, chaos, drugs and disorder runs rampant as Trudeau allows repeat violent offenders to get same-day bail and early parole. ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ। ਤੈਨੂੰ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।